ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗਰਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਇੱਕ ਸੱਜਣ ਆਉਂਦਾ ਹੈ। ਉਹ ਗਰੀਬ ਬੜਾ ਹੈ, ਪਰ ਉਸ ਕੋਲ ਇੱਕ ਗੁਣ ਹੈ। ਉਹ ਸ਼ਬਦ ਜੋੜ ਕੇ ਕਵਿਤਾ ਲਿਖ ਲੈਂਦਾ ਹੈ। ਸੰਗਤ ਜੀ, ਇਹ ਰੱਬ ਵੱਲੋਂ ਇੱਕ ਗੁਣ ਹੁੰਦਾ ਹੈ ਜੋ ਕਿਸੇ ਕਿਸੇ ਹੀ ਵਿਅਕਤੀ ਨੂੰ ਮਿਲਦਾ ਹੈ। ਜਦੋਂ ਉਹ ਕਵੀ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਆਇਆ, ਹੱਥ ਜੋੜ ਕੇ ਕੋਲ ਖੜੇ ਸਿੱਖਾਂ ਕੋਲੋਂ ਪੁੱਛਣ ਲੱਗਾ ਕਿ ਮਹਾਰਾਜ ਜੀ ਕਵੀ ਦਰਬਾਰ ਕਿੰਨੇ ਵਜੇ ਲਾਉਂਦੇ ਹਨ। ਸਿੱਖਾਂ ਨੇ ਅੱਗੋਂ ਆਖਿਆ ਕਿ ਤੂੰ ਕੀ ਲੈਣਾ ਹੈ। ਉਹਨੇ ਬੜੀ ਨਿਮਰਤਾ ਨਾਲ ਕਿਹਾ, ਜੀ ਮੈਂ ਇੱਕ ਕਵੀ ਹਾਂ। ਉੱਥੇ ਖੜੇ ਸਿੱਖਾਂ ਵਿੱਚੋਂ ਦੋ ਸਿੱਖਾਂ ਨੇ ਆਖਿਆ ਕਿ ਤੂੰ ਕਵੀ ਹੈ, ਆਪਣੇ ਪਹਿਰਾਵਾ ਦੇਖਿਆ ਹੈ, ਇਹ ਕੋਈ ਪਹਿਰਾਵਾ ਕਵੀਆਂ ਵਾਲਾ ਨਹੀਂ ਹੈ। ਇਹ ਤਾਂ ਜੋੜੇ ਵੀ ਟੁੱਟੇ ਹਨ ਅਤੇ ਕੱਪੜੇ ਵੀ ਮੈਲੇ ਹਨ। ਉਹ ਵਿਚਾਰਾ ਚੁੱਪ ਕਰ ਗਿਆ। ਉੱਥੇ ਖੜੇ ਸਿੱਖਾਂ ਵਿੱਚੋਂ ਇੱਕ ਸਿੱਖ ਨੂੰ ਤਰਸ ਆਇਆ ਤੇ ਉਸਨੇ ਆਖਿਆ, ਦਿਲ ਹੌਲਾ ਨਾ ਕਰ, ਗੁਰੂ ਪਾਤਸ਼ਾਹ ਜੀ ਸ਼ਾਮ ਨੂੰ 4 ਵਜੇ ਕਵੀ ਦਰਬਾਰ ਲਾਉਂਦੇ ਹਨ, ਉਸ ਵੇਲੇ ਤੂੰ ਵੀ ਆ ਜਾਈਂ। ਦਰਬਾਰ ਲੱਗਾ ਗੁਰੂ ਪਾਤਸ਼ਾਹ ਜੀ ਦਾ ਅਤੇ ਉਹ ਕਵੀ ਵੀ ਆ ਗਿਆ। ਉਸਨੇ ਆਣ ਕੇ ਨਮਸਕਾਰ ਕੀਤੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਹਨਾਂ ਵੱਲ ਤੱਕ ਕੇ ਪੁੱਛਿਆ ਕਿ ਤੁਸੀਂ ਕੌਣ ਹੋ। ਤਾਂ ਉਸਨੇ ਆਖਿਆ, ਜੀ ਮੈਂ ਇੱਕ ਛੋਟਾ ਜਿਹਾ ਕਵੀ ਹਾਂ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੁੱਛਿਆ, ਜੀ ਤੁਸੀਂ ਕਿੱਥੋਂ ਆਏ ਹੋ। ਤਾਂ ਉਸਨੇ ਆਖਿਆ, ਜੀ ਮੈਂ ਕਟੋਚ ਰਿਆਸਤ ਤੋਂ ਆਇਆ ਹਾਂ। ਪਾਤਸ਼ਾਹ ਜੀ ਨੇ ਆਖਿਆ, ਜੀ ਤੁਹਾਡਾ ਨਾਮ ਕੀ ਹੈ। ਤਾਂ ਉਸ ਬੰਦੇ ਨੇ ਬੜੀ ਨਿਮਰਤਾ ਸਹਿਤ ਅਤੇ ਬੜੇ ਸੁੰਦਰ ਢੰਗ ਨਾਲ ਆਖਿਆ, ਜੀ ਨਾਮ ਤਾਂ ਅਮੀਰਾਂ ਦਾ ਹੁੰਦਾ ਹੈ, ਗਰੀਬਾਂ ਦਾ ਕੋਈ ਨਾਮ ਨਹੀਂ ਹੁੰਦਾ। ਗਰੀਬਾਂ ਦਾ ਤਾਂ ਚੰਗਾ ਭਲਾ ਨਾਮ ਵੀ ਵਿਗੜ ਜਾਂਦਾ ਹੈ। ਪਾਤਸ਼ਾਹ ਬੜੇ ਖੁਸ਼ ਹੋਏ ਤੇ ਆਖਿਆ, ਜੀ ਫਿਰ ਵੀ ਤੁਹਾਡੇ ਮਾਤਾ ਪਿਤਾ ਨੇ ਕੋਈ ਤਾਂ ਨਾਮ ਰੱਖਿਆ ਹੋਵੇਗਾ, ਉਹ ਦੱਸੋ। ਤਾਂ ਉਸਨੇ ਬੜੀ ਨਿਮਰਤਾ ਸਹਿਤ ਆਖਿਆ, ਜੀ ਮਾਤਾ ਪਿਤਾ ਨੇ ਤਾਂ ਨਾਮ ਹੰਸ ਰਾਮ ਰੱਖਿਆ ਸੀ, ਪਰ ਮਹਾਰਾਜ ਮੈਂ ਅੱਜ ਤੱਕ ਆਪਣੇ ਕੰਨਾਂ ਨਾਲ ਹੰਸ ਰਾਮ ਸੁਣਿਆ ਨਹੀਂ ਅਤੇ ਨਾ ਹੀ ਮੈਨੂੰ ਕਿਸੇ ਨੇ ਅੱਜ ਤੱਕ ਹੰਸ ਰਾਮ ਕਿਹਾ ਹੈ। ਮਹਾਰਾਜ ਜਦੋਂ ਦਾ ਵੀ ਸੁਣਿਆ ਹੈ, ਇਹੀ ਸੁਣਿਆ ਕਿ ਸਾਰੇ ਹੰਸੂ ਕਹਿ ਕੇ ਹੀ ਬੁਲਾਉਂਦੇ ਹਨ, ਉਹ ਹੰਸੂ ਕਵਿਤਾ ਸੁਣਾ। ਮਹਾਰਾਜ ਅੱਜ ਤੱਕ ਹੰਸੂ ਹੀ ਸੁਣਿਆ ਹੈ, ਹੰਸ ਰਾਮ ਨਹੀਂ ਸੁਣਿਆ। ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੇ ਅਦਬ ਨਾਲ ਬੋਲੇ, ਕਵੀ ਹੰਸ ਰਾਮ ਜੀ ਸੁਣਾਓ ਫਿਰ ਕੋਈ ਕਵਿਤਾ। ਜਦੋਂ ਉਸਨੇ ਆਪਣੇ ਨਾਂ ਦੇ ਪਿੱਛੇ ਜੀ ਸ਼ਬਦ ਸੁਣਿਆ ਤਾਂ ਉਸ ਦੀਆਂ ਅੱਖਾਂ ਭਰ ਆਈਆਂ ਤੇ ਉਸਨੇ ਕਿਹਾ ਕਿ ਵਾਹ ਦੀਨ ਦੁਨੀ ਦੇ ਮਾਲਕਾ, ਆਪ ਐਡਾ ਵੱਡਾ ਦਾਤਾ ਹੋਵੇਂ, ਦਾਤਾ ਦੇਣ ਵਾਲਾ ਹੋਵੇਂ, ਕਵੀ ਹੰਸ ਰਾਮ ਜੀ ਕਹਿੰਦੇ ਹੋ। ਤੇ ਪਾਤਸ਼ਾਹ ਜੀ ਕਹਿਣ ਲੱਗੇ, ਕਵੀ ਹੰਸ ਰਾਮ ਜੀ ਸੁਣਾਓ ਕੋਈ ਕਵਿਤਾ। ਉਸਨੇ ਫਿਰ ਇੱਕ ਰਵਾਇਤ ਕਵਿਤਾ ਸੁਣਾਈ। ਜਦੋਂ ਉਸਨੇ ਇੱਕ ਕਵਿਤਾ ਸੁਣਾਈ ਤਾਂ ਸੱਚੇ ਪਾਤਸ਼ਾਹ ਕਹਿਣ ਲੱਗੇ, ਇੱਕ ਹੋਰ ਸੁਣਾਓ। ਜਦੋਂ ਉਹ ਵੀ ਸੁਣਾ ਦਿੱਤੀ ਤਾਂ ਪਾਤਸ਼ਾਹ ਕਹਿੰਦੇ, ਇੱਕ ਹੋਰ ਸੁਣਾਓ। ਨੇ ਉਹ ਵੀ ਸੁਣਾ ਦਿੱਤੀ ਤਾਂ ਫਿਰ ਵੀ ਪਾਤਸ਼ਾਹ ਖੁਸ਼ ਹੋ ਕੇ ਕਹਿਣ ਲੱਗੇ, ਹੋਰ ਵੀ ਜੋ ਵੀ ਆਉਂਦਾ ਹੈ ਉਹ ਵੀ ਸੁਣਾ ਦਿਓ। ਤੇ ਪਾਤਸ਼ਾਹ ਜੀ ਨੇ ਸਵਾ ਘੰਟਾ ਉਸ ਕੋਲੋਂ ਕਵਿਤਾਵਾਂ ਸੁਣੀਆਂ। ਜਦੋਂ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋ ਗਏ ਤਾਂ ਪਾਤਸ਼ਾਹ ਜੀ ਨੇ ਭਰੇ ਕਵੀਆਂ ਦੇ ਦਰਬਾਰ ਵਿੱਚ ਖਜ਼ਾਨਚੀ ਨੂੰ ਸੱਦਿਆ ਅਤੇ ਆਖਿਆ ਕਿ ਖਜ਼ਾਨਚੀ ਰਾਮਚੰਦ ਜੀ, ਆਪਣੇ ਖਜ਼ਾਨੇ ਵਿੱਚ ਕਿੰਨੇ ਕਮਾਇਆ ਪਈ ਹੈ, ਦੇਖ ਕੇ ਆਓ। ਤੇ ਖਜ਼ਾਨਚੀ ਰਾਮਚੰਦ ਜੀ ਨੇ 7 ਬਚਨ ਕਹੇ। ਖਜ਼ਾਨਚੀ ਨੇ ਖਜ਼ਾਨਾ ਵੇਖਿਆ ਤਾਂ ਆਣ ਕੇ ਮਹਾਰਾਜ ਜੀ ਨੂੰ ਕਹਿਣ ਲੱਗਿਆ ਕਿ ਮਹਾਰਾਜ ਜੀ 18,000 ਰਜਤ ਪੰਨ ਪਿਆ ਹੈ। ਰਜਤ ਪੰਨ ਉਸ ਵਕਤ ਚਾਂਦੀ ਦੀਆਂ ਮੋਹਰਾਂ ਨੂੰ ਕਿਹਾ ਜਾਂਦਾ ਸੀ। ਉਸ ਟਾਈਮ ਚਾਂਦੀ ਦੀਆਂ ਮੋਹਰਾਂ ਹੀ ਚੱਲਦੀਆਂ ਸਨ। ਤਾਂ ਮਹਾਰਾਜ ਜੀ ਨੇ ਖਜ਼ਾਨਚੀ ਨੂੰ ਕਿਹਾ ਕਿ ਸਾਰਾ ਖਜ਼ਾਨਾ ਖਾਲੀ ਕਰ ਦਿਓ ਅਤੇ ਸਾਰਾ ਖਜ਼ਾਨਾ ਥੈਲੀ ਵਿੱਚ ਪਾ ਕੇ ਕਵੀ ਹੰਸ ਰਾਮ ਜੀ ਨੂੰ ਦੇ ਦਿਓ। ਜਦੋਂ ਉਸਨੇ ਇੰਨੀ ਗੱਲ ਸੁਣੀ ਤਾਂ ਉਸਨੇ ਆਖਿਆ ਕਿ ਮਹਾਰਾਜ ਮਜ਼ਾਕ ਕਰਦੇ ਪਏ ਹੋ। ਮਹਾਰਾਜ ਮੈਂ ਇੱਕ ਗਰੀਬ ਆਦਮੀ ਹਾਂ, ਮੈਂ ਇੰਨੀ ਮਾਇਆ ਕਿੱਥੇ ਰੱਖਣੀ ਹੈ, ਇਸ ਕਰਕੇ ਤੁਸੀਂ ਮੈਨੂੰ ਕੇਵਲ 2 ਮੋਹਰਾਂ ਹੀ ਦੇ ਦਿਓ ਜਿਸ ਨਾਲ ਮੇਰੀ ਰੋਜੀ ਰੋਟੀ ਚੱਲ ਸਕੇ। ਤਾਂ ਗੁਰੂ ਸਾਹਿਬ ਜੀ ਫਰਮਾਨ ਕਰਨ ਲੱਗੇ ਕਿ ਕਵੀ ਹੰਸ ਰਾਮ ਜੀ, ਤੁਹਾਨੂੰ ਹੁਣ ਗਰੀਬ ਨਹੀਂ ਰਹਿਣ ਦੇਣਾ, ਹੁਣ ਤੁਹਾਨੂੰ ਰਾਜੇ ਬਣਾਉਣਾ ਹੈ। ਥੈਲੀਆਂ ਭਰ ਲਿਆਂਦੀਆਂ, ਪੂਰਾ ਖਜ਼ਾਨਾ ਕਵੀ ਹੰਸ ਰਾਮ ਜੀ ਨੂੰ ਦੇ ਦਿੱਤਾ। ਫਿਰ ਪਾਤਸ਼ਾਹ ਬੋਲੇ, ਖਜ਼ਾਨਚੀ ਰਾਮਚੰਦ ਜੀ। ਤਾਂ ਖਜ਼ਾਨਚੀ ਨੇ ਆਖਿਆ, ਮਹਾਰਾਜ ਹੁਕਮ ਕਰੋ। ਗੁਰੂ ਸਾਹਿਬ ਜੀ ਬੋਲੇ ਕਿ ਜਿਹੜਾ ਗਵਾਲੀਅਰ ਦੀ ਸੰਗਤ ਨੇ ਹਾਥੀ ਭੇਟ ਕੀਤਾ ਹੈ, ਉਸ ਉੱਪਰ ਪਾਲਕੀ ਸਜਾਓ ਅਤੇ ਉਹ ਵੀ ਹਾਥੀ ਕਵੀ ਹੰਸ ਰਾਮ ਜੀ ਨੂੰ ਦੇ ਦਿਓ। ਜਦੋਂ ਕਿਤੇ ਆਉਣਾ ਜਾਣਾ ਹੋਵੇ ਉਦੋਂ ਹਾਥੀਆਂ ਉੱਪਰ ਆਉਣ, ਕਿਉਂਕਿ ਰਾਜੇ
ਹਾਥੀਆਂ ਉੱਪਰ ਹੀ ਆਉਂਦੇ ਹਨ। ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਮੋਹਰਾਂ ਅਤੇ ਹਾਥੀ ਵੀ ਦੇ ਦਿੱਤਾ। ਇਹ ਦੇਖ ਕੇ ਉਸ ਦੀਆਂ ਅੱਖਾਂ ਭਰ ਆਈਆਂ ਤੇ ਆਖਣ ਲੱਗਾ ਕਿ ਵਾਹ ਸੱਚੇ ਪਾਤਸ਼ਾਹ, ਅੱਜ ਤੱਕ ਮੈਂ ਸੁਣਿਆ ਸੀ ਨੀਚੇ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ, ਅੱਜ ਦੇਖ ਵੀ ਲਿਆ। ਜਦੋਂ ਉਹ ਵਾਪਿਸ ਕਟੋਤ ਰਿਆਸਤ ਵੱਲੋਂ ਜਾਣ ਲੱਗਾ ਤਾਂ ਮਹਾਰਾਜ ਉਸ ਨੂੰ ਵਿਦਾ ਕਰਨ ਆਏ। ਮਹਾਰਾਜ ਜੀ ਨੇ ਆਖਿਆ, ਜੀ ਹਾਥੀ ਉੱਪਰ ਬੈਠੋ ਤੇ ਨਾਲ 6 ਸਿੱਖ ਉਹਨਾਂ ਨੂੰ ਵਾਪਿਸ ਮੋਹਰਾਂ ਸਮੇਤ ਛੱਡ ਕੇ ਆਉਣ ਲਈ ਦਿੱਤੇ ਤੇ ਇੱਕ ਸਿੱਖ ਨੂੰ ਆਖਿਆ ਕਿ ਅੱਗੇ ਅੱਗੇ ਨਗਾੜਾ ਵਜਾਓ। ਜਦੋਂ ਮਹਾਰਾਜ ਤੋਰਨ ਲੱਗੇ ਤਾਂ ਉਸ ਦੇ ਅੱਖਾਂ ਵਿੱਚ ਪਾਣੀ ਆ ਗਿਆ ਤੇ ਮਹਾਰਾਜ ਆਖਣ ਲੱਗੇ ਕਿ ਕਵੀ ਹੰਸ ਰਾਮ ਜੀ, ਹੁਣ ਕਿਉਂ ਰੋਂਦੇ ਹੋ? ਤਾਂ ਉਸਨੇ ਹੱਥ ਜੋੜ ਕੇ ਬੜੀ ਨਿਮਰਤਾ ਸਹਿਤ ਕਿਹਾ ਕਿ ਮਹਾਰਾਜ, ਮੈਂ ਹਾਥੀ ਮੰਗਿਆ ਨਹੀਂ, ਪਰ ਆਪ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ। ਮੈਂ ਮੋਹਰਾਂ ਵੀ ਨਹੀਂ ਮੰਗੀਆਂ, ਆਪ ਜੀ ਨੇ ਕਿਰਪਾ ਕੀਤੀ ਹੈ। ਮਹਾਰਾਜ, ਹੁਣ ਮੈਂ ਇੱਕ ਚੀਜ਼ ਜੋ ਆਪ ਮੰਗ ਕੇ ਲੈਣੀ ਹੈ। ਮਹਾਰਾਜ ਨੇ ਆਖਿਆ, ਕਹੋ ਕੀ ਮੰਗਦੇ ਹੋ? ਤਾਂ ਉਸਨੇ ਬੜੀ ਨਿਮਰਤਾ ਸਹਿਤ ਕਿਹਾ ਕਿ ਮਹਾਰਾਜ, ਮੈਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ ਦਿਓ। ਗੁਰੂ ਪਾਤਸ਼ਾਹ ਜੀ ਬੜੇ ਖੁਸ਼ ਹੋਏ ਅਤੇ ਉਸ ਨੂੰ ਘੁੱਟ ਕੇ ਗਲੇ ਨਾਲ ਲਾ ਲਿਆ ਤੇ ਆਖਿਆ ਕਿ ਕਵੀ ਹੰਸ ਰਾਮ ਜੀ, ਆਨੰਦਪੁਰ ਸਾਹਿਬ ਆਉਂਦੇ ਰਹੋ, ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਨਗੇ, ਥਾਂ ਵੀ ਜ਼ਰੂਰ ਮਿਲੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।